71 ਅੰਗ ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ, ਬਹੁਤ ਧਨਾੜ ਅਚਾਰ ਬੰਤ, ਸੋਭਾ ਨਿਰਮਲ ਰੀਤ। ਬਹੁਤ ਬੜਾ ਧਨੀ ਹੋਵੇ ਔਰ ਧਨੀਆਂ ਦਾ ਵੀ ਆਸਰਾ ਹੋਵੇ, ਧਨ ਦੇਣ ਤੇ ਵਿਆਜ ਤੇ ਦਿੰਦਾ ਹੋਵੇ। ਸ੍ਰੇਸ਼ਟਾਚਾਰ ਆਦ ਪੁੰਨ ਦਾਨ ਕਰਨ ਵਾਲਾ ਹੋਵੇ, ਲੋਕਾਂ ਵਿੱਚ ਵਡਿਆਈ ਹੋਵੇ, ਇਸ਼ਨਾਨ ਕਰਨ ਵਾਲਾ ਹੋਵੇ, ਨਿਉਲੀ ਧੋਤੀ ਕਰਮ ਕਾਂਡ ਦੀ ਰੀਤੀ ਨੂੰ ਜਾਣਦਾ ਹੋਵੇ। ਮਾਤ ਪਿਤਾ ਸੁਤ ਭਾਈਆ, ਸਾਜਨ ਸੰਗ ਪ੍ਰੀਤ। ਪਾਤਸ਼ਾਹ ਜੀ ਕਹਿੰਦੇ ਹਨ, ਮਾਤਾ ਪਿਤਾ ਦਾ ਵੀ ਆਗਿਆਕਾਰੀ ਹੋਵੇ, ਸੇਵਾ ਕਰਨ ਵਾਲਾ ਹੋਵੇ, ਭਰਾਵਾਂ ਤੇ ਪੁੱਤਰਾਂ ਦੀ ਵੀ ਰੱਖਿਆ ਕਰਨ ਵਾਲਾ ਹੋਵੇ, ਪਾਲਣਾ ਕਰਨ ਵਾਲਾ ਹੋਵੇ, ਸੱਜਣਾ ਮਿੱਤਰਾਂ ਪਿਆਰਿਆਂ ਨਾਲ ਪ੍ਰੀਤੀ ਨਿਭਾਉਣ ਵਾਲਾ ਹੋਵੇ, ਬੜਾ ਪਿਆਰ ਕਰਦਾ ਹੋਵੇ। ਲਸਕਰ ਤਰਕਸ ਬੰਦ ਬੰਦ, ਲਸਕਰ ਤਰਕਸ ਬੰਦ ਬੰਦ, ਜੀਓ ਜੀਓ ਸਗਲੀ ਕੀਤ। ਬੰਦ ਬੰਦ ਤੇ ਬਸਰਾਮ ਹੈ, ਜੀਓ ਜੀਓ ਤੇ ਜਮਕੀ ਹੈ, ਸਗਲੀ ਕੀਤ। ਪਾਤਸ਼ਾਹ ਜੀ ਕਹਿੰਦੇ ਹਨ, ਲਸਕਰ ਕਹੀਏ ਚਾਰ ਪ੍ਰਕਾਰ ਦੀਆਂ ਫੌਜਾਂ ਦਾ ਮਾਲਕ ਹੋਵੇ, ਤਰਕਸ ਬੰਦ ਭੱਥਿਆਂ ਨੂੰ ਲੱਕ ਨਾਲ ਬੰਨਣ ਵਾਲੀਆਂ ਫੌਜਾਂ ਹੱਥ ਜੋੜ ਕਰਕੇ, ਹੱਥ ਬੰਨ ਕਰਕੇ ਬੰਦਨਾ ਕਰਦੀਆਂ ਹੋਣ। ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਹੋਵੇ, ਸਰਦਾਰ ਹੋਵੇ, ਗਿਆਨੀ ਹੋਵੇ, ਸੰਤ ਹੋਵੇ, ਸਾਰੇ ਜੀ ਕਰਦੇ ਹੋਣ ਔਰ ਅੱਗੇ ਪਿੱਛੇ ਭੱਜੇ ਫਿਰਦੇ ਹੋਣ, ਇੰਨਾ ਸਤਿਕਾਰ ਹੋਵੇ। ਪਰ ਕਹਿੰਦੇ ਕੀ ਹਨ, ਚਿਤ ਨ ਆਇਓ ਪਾਰ ਬ੍ਰਹਮ, ਤਾ ਖੜ ਰਸਾਤਲ ਦੀਤ। ਇਤਨੇ ਪ੍ਰਤਾਪ ਵਾਲੇ ਨੂੰ ਵੀ ਪਰਮੇਸ਼ਰ ਜੇ ਚੇਤੇ ਨਹੀਂ ਨਾ ਆਉਂਦਾ, ਤਾਂ ਉਸਨੂੰ ਖੜ ਕਹੀਏ ਲੈ ਜਾ ਕਰਕੇ ਰਸਾਤਲ। ਆਪਾਂ ਫੜ ਕਹਿੰਦੇ ਆ, ਕੁਝ ਇੱਕ ਫੜਨ ਨੂੰ ਖੜਨ ਕਹਿੰਦੇ ਨੇ, ਖੜਨ ਜਾਂ ਖੜ ਕੇ ਲਿਆ। ਆਪਾਂ ਕਹਿੰਦੇ ਆ ਫਲਾਨੀ ਚੀਜ਼ ਫੜ ਕੇ ਲਿਆ ਫੱਫੇ ਨਾਲ। ਕਈ ਲੋਕ ਰਫੂਜੀ ਆਦਿਕ ਉਹ ਕਹਿੰਦੇ ਨੇ ਨਹੀਂ, ਖੜ ਕੇ ਲਿਆ ਫਲਾਨੀ ਚੀਜ਼ ਖੜ। ਕਹਿਣ ਤੋਂ ਭਾਵ ਹੈ ਤਾਂ ਖੜ ਰਸਾਤਲ ਦੀਤ। ਪਾਤਸ਼ਾਹ ਜੀ ਕਹਿੰਦੇ ਹਨ, ਉਹਨੂੰ ਖੜ ਲੈ ਜਾ ਕਰਕੇ, ਖੜ ਕੇ ਰਸਾਤਲ, ਔਰ ਨਰਕਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਕਿ ਜਾ ਤੂੰ ਨਰਕਾਂ ਵਿੱਚ ਜਾ, ਖੜਿਆ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਕਾਇਆ ਰੋਗ ਨ ਛਿਦਰ ਕਿਛ, ਨਾ ਕਿਛ ਘਾੜਾ ਸੋਗ। ਜਿਸ ਪੁਰਸ਼ ਨੂੰ ਸਰੀਰ ਕਰਕੇ ਕੋਈ ਰੋਗ ਨਹੀਂ, ਛਿਦਰ ਦੋਸ਼, ਕਲੰਕ ਆਦਿਕ ਦਾ ਦੋਸ਼ ਵੀ ਨਹੀਂ, ਕੋਈ ਕਲੰਕ ਨਹੀਂ ਲੱਗਿਆ, ਕਾਣਾ ਬੋਲਾ ਲੰਗੜਾ ਲੁੰਡਾ ਔਰ ਇੱਦਾਂ ਕੋਈ ਦੋਸ਼ ਨਹੀਂ ਹੈ। ਭਾਵ ਸਰੀਰ ਕੋਈ ਇੱਦਾਂ ਦਾ ਨਹੀਂ ਹੈਗਾ, ਤੇ ਨਾ ਹੀ ਕੋਈ ਪਦਾਰਥ ਦੇ ਵਿਛੜਨ ਕਰਕੇ ਕਾੜਾ ਭਾਵ ਝੋਰਾ ਹੈ, ਤੇ ਨਾ ਕਿਸੇ ਦਾ ਉਸਨੂੰ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ ਕੋਈ ਵਿਜੋਗ ਹੈ, ਤੇ ਨਾ ਕੋਈ ਸੋਗ ਹੈ। ਮਿਰਤ ਨ ਆਵੀ ਚਿਤ ਤਿਸ, ਅਹਨਿਸ ਭੋਗੈ ਭੋਗ। ਇੰਨੀ ਖੁਸ਼ੀ ਹੋਵੇ ਕਿ ਕਦੇ ਮੌਤ ਚੇਤੀ ਨਾ ਆਈ ਹੋਵੇ, ਰਾਤ ਦਿਨ ਪਦਾਰਥਾਂ ਦੇ ਭੋਗਾਂ ਨੂੰ ਭੋਗਦਾ ਰਹੇ, ਮੌਤ ਨੂੰ ਚੇਤੀ ਮਰਨਾ ਭੁਲਾ ਕੇ। ਪਰ ਕੀ ਕਹਿੰਦੇ ਹਨ ਮਹਾਰਾਜ, ਸਭ ਕਿਛ ਕੀ ਤੋਨ ਆਪਣਾ, ਜੀਏ ਨ ਸੰਕ ਧਰਿਆ। ਸਭ ਕਿਛ ਤੇ ਜਮ ਕੀ ਹੈ, ਆਪਣਾ ਤੇ ਵਿਸਰਾਮ ਹੈ, ਜੀਏ ਜਮ ਕੀ ਹੈ, ਜੀਏ ਤੇ ਨਾ ਸੰਕ ਧਰਿਆ। ਪੰਗਤੀ ਪੂਰੀ। ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਪਦਾਰਥ ਮਾਲ ਧਨ ਆਪਣਾ ਕਰ ਲਿਆ ਹੋਵੇ, ਜੀਏ ਕਹੀਏ ਹਿਰਦੇ ਵਿੱਚ ਸ਼ੰਕਾ ਕਦੇ ਵੀ ਨਾ ਧਰੇ ਕਿ ਇਹ ਵਸਤੂ ਕਿਸੇ ਦੀ ਹੈ, ਬਸ ਸਾਰੀਆਂ ਮੇਰੀਆਂ ਹਨ। ਸੰਸਾਰ ਵਿੱਚ ਆਪਣੀਆਂ ਹੀ ਪ੍ਰਤੀਤ ਹੋਣ ਲੱਗ ਜਾਣ ਕਿ ਸਾਰੀਆਂ ਵਸਤੂਆਂ ਮੇਰੀਆਂ ਨੇ। ਏਦਾਂ ਚਿਤ ਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ। ਜੇਕਰ ਪਰਮੇਸ਼ਰ ਚੇਤੇ ਨਹੀਂ ਨਾ, ਪਾਤਸ਼ਾਹ ਕਹਿੰਦੇ ਇੰਨਾ ਬਲੀ ਪ੍ਰਤਾਪ ਹੋਵੇ, ਇੰਨੇ ਬਲੀ ਪ੍ਰਤਾਪੀ ਨੂੰ ਵੀ ਫੇਰ ਜਮ ਰਾਜੇ ਦੇ ਕੰਕਰ ਕਹੀਏ ਨੌਕਰ ਜਮਦੂਤਾਂ ਦੇ ਵਸ ਪੈਂਦਾ ਹੈ, ਛਿੱਤਰ ਖਾਣੇ ਪੈਂਦੇ ਆ। ਔਰ
ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ। ਜਿਨ੍ਹਾਂ ਤੇ ਮਾਲਕ ਵਾਹਿਗੁਰੂ ਕਿਰਪਾ ਕਰਦਾ ਹੈ, ਉਹਨਾਂ ਨੂੰ ਚੰਗੇ ਮਹਾਤਮਾ ਦੀ, ਸਾਧੂ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਜਿਉ ਜਿਉ ਉਹ ਵਧਾਈ ਹੈ, ਤਿਉ ਤਿਉ ਹਰ ਸਿਉ ਰੰਗ। ਜਿਵੇਂ ਜਿਵੇਂ ਉਹ ਪੁਰਸ਼ ਸੰਗਤ ਨਾਲ ਪ੍ਰੀਤੀ ਵਧਾਉਂਦੇ ਹਨ, ਤਿਵੇਂ ਤਿਵੇਂ ਉਹਨਾਂ ਨੂੰ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਨਾਲ ਰੰਗ ਪ੍ਰੇਮ ਲੱਗ ਜਾਂਦਾ ਹੈ। ਦੋਹਾ ਸਿਰਿਆ ਕਾ ਖਸਮ ਆਪ, ਆਵਰਣਾ ਦੂਜਾ ਥਾਉ। ਦੋਨੋਂ ਸਿਰੇ ਅਮੀਰੀ ਤੇ ਗਰੀਬੀ ਦਾ ਪਰਮੇਸ਼ਰ ਮਾਲਕ ਵਾਹਿਗੁਰੂ ਆਪ ਹੈ। ਔਰ ਪਾਤਸ਼ਾਹ ਜੀ ਕਹਿੰਦੇ ਆਵਰਣਾ ਦੂਜਾ ਥਾਉ। ਮਾਲਕ ਪਰਮੇਸ਼ਰ ਆਪ ਹੀ ਹੈ, ਉਸ ਤੋਂ ਬਿਨਾਂ ਹੋਰ ਕੋਈ ਰਹਿਣ ਵਾਲੀ ਥਾਂ ਨਹੀਂ। ਭਾਵ ਸਾਰੇ ਚਲੇ ਜਾਣ ਵਾਲੇ ਹਨ। ਇੱਕ ਮਾਲਕ ਹੈ ਇਹਨਾਂ ਦਾ, ਸਾਰਿਆਂ ਦਾ। ਭਾਵ ਉਹ ਨਹੀਂ ਕਿਤੇ ਵੀ ਜਾਂਦਾ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਧੰਨ ਗੁਰੂ ਔਰ ਰਾਮਦਾਸ ਪਾਤਸ਼ਾਹ ਜੀ ਪ੍ਰਸੰਨ ਹੋਏ ਹਨ, ਜਿਨ੍ਹਾਂ ਤੇ, ਉਹਨਾਂ ਨੇ ਸੱਚੇ ਨਾਮ ਨੂੰ ਪਾ ਲਿਆ। ਸਤਿਗੁਰ ਤੁਠੈ ਪਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਤੁਠੇ, ਜਿਨ੍ਹਾਂ ਤੇ ਤੁਠ ਗਏ, ਪ੍ਰਸੰਨ ਹੋ ਗਏ, ਉਹਨਾਂ ਨੇ ਸੱਚੇ ਨਾਮ ਨੂੰ ਪਾਉਣਾ ਕੀਤਾ। ਤੁਠੈ ਪਾਇਆ, ਨਾਨਕ ਸੱਚਾ ਨਾਉ। ਇਸ ਕਰਕੇ ਔਰ ਉਹ ਏਦਾਂ ਹੋ ਜਾਣਾ ਫਿਰ, ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ। ਉਹਨਾਂ ਨੂੰ ਫਿਰ ਧੋਖਾ ਕਿਸੇ ਗੱਲ ਦਾ ਨਹੀਂ ਹੁੰਦਾ। ਉਹਨਾਂ ਨੂੰ ਕੋਈ ਧੋਖਾ ਦੇ ਹੀ ਨਹੀਂ ਸਕਦਾ। ਸੰਤ ਮਸਕੀਨ ਜੀ ਕਹਿੰਦੇ ਹਨ, ਰੱਬ ਦੇ ਪਿਆਰੇ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਜਿਹੜੇ ਬੰਦੇ ਨੂੰ ਜਿਹੜੇ ਬੰਦੇ ਨੂੰ, ਮਨੁੱਖ ਨੂੰ ਰੱਬ ਕੋਈ ਧੋਖਾ ਦੇ ਜੇ, ਉਹ ਰੱਬ ਦਾ ਪਿਆਰਾ ਨਹੀਂ ਹੋ ਸਕਦਾ। ਕਿਉਂਕਿ ਬਹੁਤ ਅੱਗੇ ਲੰਘ ਜਾਂਦਾ ਰੱਬ ਦਾ ਪਿਆਰਾ, ਕਣ ਕਣ ਬਾਰੇ ਪਤਾ ਲੱਗ ਜਾਂਦਾ। ਇਸ ਕਰਕੇ ਪਰ ਹਾਂ, ਇੱਕ ਗੱਲ ਜ਼ਰੂਰ ਹੈ, ਸੰਤ ਮਸਕੀਨ ਜੀ ਕਹਿੰਦੇ ਹਨ, ਉਹ ਕਹਿੰਦੇ ਰੱਬ ਦੇ ਪਿਆਰੇ ਇੱਦਾਂ ਹੁੰਦੇ ਨੇ, ਉਹਨਾਂ ਨੂੰ ਧੋਖਾ ਤਾਂ ਨਹੀਂ ਕੋਈ ਦੇ ਸਕਦਾ, ਨਾ ਕੋਈ ਠੱਗ ਸਕਦਾ ਹੈ, ਨਾ ਉਹਨਾਂ ਨਾਲ ਕੋਈ ਬੇਈਮਾਨੀ ਕਰ ਸਕਦਾ ਹੈ। 1% ਵੀ। 100 ਦੀ ਤਾਂ ਗੱਲ ਛੱਡੋ, 10-20 ਦੀ ਵੀ ਗੱਲ ਛੱਡੋ। ਪਰ ਉਹ ਦਇਆ ਦੇ ਵੱਸ ਹੋ ਕੇ, ਜਿਵੇਂ ਉਹ ਕਿਸੇ ਸਾਧੂ ਦੇ ਘਰ ਕੋਈ ਚੋਰ ਚਲਿਆ ਗਿਆ, ਉਹਨੇ ਜਾਗਦੇ ਨਹੀਂ ਅੱਖਾਂ ਮੀਚ ਲੀਆਂ, ਔਰ ਖੇਸ ਪਾਲੇ ਦੀ ਰੁੱਤ ਸੀ, ਖੇਸ ਕੰਬਲ ਪਾਸੇ ਰੱਖ ਦਿੱਤਾ ਵੀ ਚਲੋ ਹੋਰ ਤਾਂ ਕੁਛ ਆਪਣੇ ਘਰ ਵਿੱਚ ਹੈ ਨਹੀਂ, ਕੰਬਲ ਲੈ ਜੂਗਾ। ਉਹ ਵਾਪਸ ਮੁੜਨ ਲੱਗਾ, ਉਹ ਸਾਧੂ ਕਹਿਣ ਲੱਗਿਆ ਵੀ ਵਾਪਸ ਕਿਉਂ ਮੁੜਦਾ, ਕੁਛ ਲੈ ਕੇ ਕਿਉਂ ਨਹੀਂ ਗਿਆ? ਉਹ ਕਹਿੰਦਾ ਖਾਈ ਕੁਛ ਨਹੀਂ। ਕਹਿੰਦਾ ਠੀਕ ਹੈ, ਮੇਰੇ ਘਰ ਵਿੱਚ ਪਦਾਰਥ ਨਹੀਂ ਹੈਗੇ, ਮੇਰੇ ਘਰ ਵਿੱਚ ਮਾਇਆ ਨਹੀਂ ਹੈਗੀ, ਪਰ ਆਹ ਕੰਬਲ ਤਾਂ ਹੈਗਾ, ਇਹ ਲੈ ਜਾ। ਕਹਿਣ ਤੋਂ ਭਾਵ ਹੈ, ਰੱਬ ਦੇ ਪਿਆਰੇ ਨੂੰ ਕੋਈ ਠੱਗ ਨਹੀਂ ਸਕਦਾ, ਪਰ ਠਗਾ ਦਿੰਦੇ ਨੇ। ਰੱਬ ਦੇ ਪਿਆਰੇ ਨੂੰ ਕੋਈ ਲੁੱਟ ਨਹੀਂ ਸਕਦਾ, ਪਰ ਲੁਟਾ ਦਿੰਦੇ ਨੇ। ਉਹਨਾਂ ਦੇ ਵਿੱਚ ਉਹ ਦਇਆ ਆ ਜਾਂਦੀ ਹੈ ਵੀ ਚਲੋ ਕੋਈ ਗੱਲ ਨਹੀਂ, ਇਹ ਠੱਗ ਬਣ ਕੇ ਆਇਆ, ਠਗਾ ਲੈਂਦੇ ਹਾਂ। ਪਰ ਗੁਰੂ ਦੇ ਪਿਆਰੇ ਨੂੰ ਕੋਈ ਠੱਗ ਨਹੀਂ ਸਕਦਾ। ਆਪਣੇ ਆਪ ਉਹ ਠਗਾ ਲੈਂਦਾ ਹੈ। ਠਗਾ ਲੈਣਾ ਗੱਲ ਹੋਰ ਹੈ, ਠੱਗ ਲੈਣਾ ਗੱਲ ਹੋਰ ਹੈ। ਦੁਨੀਆ ਇੱਕ ਦੂਜੇ ਨੂੰ ਠੱਗਦੀ ਹੈ, ਪਰ ਰੱਬ ਦੇ ਪਿਆਰੇ ਠਗਾਉਂਦੇ ਨੇ ਆਪਣੇ ਆਪ। ਇੰਨਾ ਮਾਲਕ ਦੀ ਕਿਰਪਾ ਹੁੰਦੀ ਹੈ। ਕਹਿਣ ਤੋਂ ਭਾਵ ਹੈ, ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ। ਉਹਨਾਂ ਦੇ ਤਾਂ ਮਾਲਕ ਦੀ ਕਿਰਪਾ ਹੁੰਦੀ ਹੈ। ਬਸਤਾ ਟੂਟੀ ਝੁੰਪੜੀ, ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਭਰਮਿੰਨਾ, ਮਿੱਤਰ ਨ ਏਠ ਧਨ ਰੂਪਹੀਣ, ਕਿਛ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਇੱਥੇ ਗੱਲ ਇੱਕ ਹੋਰ ਕਰ ਜਾਈਏ ਵੀ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਗਿਆ, ਉਹ ਤਾਂ ਜਿੰਨਾ ਮਰਜ਼ੀ ਠਗਾਈ ਚੱਲੇ, ਉਹਨੂੰ ਕੀ ਫਰਕ ਪੈਂਦਾ ਕੋਈ? ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਹੁਣ ਅੱਜ ਦੇ ਜਿਹੜੇ ਦੁਨਿਆਵੀ ਰਾਜੇ ਨੇ, ਇਹ ਜੇ ਇਹ ਲੋਕਾਂ ਨੂੰ ਕਿੰਨੀ ਮਾਇਆ ਦੇ ਸਕਦੇ ਨੇ, ਪਰ ਇਹਨਾਂ ਤੋਂ ਦਿੱਤੀ ਨਹੀਂ ਜਾਂਦੀ। ਰੱਬ ਦੇ ਪਿਆਰੇ, ਉਹਨਾਂ ਦੇ ਕਮਰੇ ਵਿੱਚ ਕੁਛ ਵੀ ਨਾ ਹੋਵੇ ਤਾਂ ਵੀ ਬੜਾ ਕੁਛ ਦੇ ਦਿੰਦੇ ਨੇ। ਉਹਨਾਂ ਦੇ ਘਰ ਵਿੱਚ, ਉਹਨਾਂ ਦੀ ਕੁੱਲੀ ਵਿੱਚ ਕੁਛ ਨਾ ਹੋਵੇ ਤਾਂ ਵੀ ਬਹੁਤ ਕੁਛ ਦੇ ਦਿੰਦੇ ਨੇ। ਇਹਨਾਂ ਕੋਲੇ ਬਹੁਤ ਕੁਛ ਹੈ,
ਔਰ ਪਰ ਇਹ ਕੁਝ ਨਹੀਂ ਦੇ ਸਕਦੇ। ਇੱਕ ਗੱਲ ਹੋਰ, ਬਹੁਤ ਕੁਝ ਅਤੇ ਸਭ ਕੁਝ ਦੇ ਵਿੱਚ ਫਰਕ ਹੈ। ਰੱਬ ਦੇ ਪਿਆਰਿਆਂ ਕੋਲੇ ਸਭ ਕੁਝ ਹੁੰਦਾ ਹੈ, ਉਹ ਦਿੰਦੇ ਨੇ। ਉਹ ਤਾਂ ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਭਿੰਨਾ, ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ ਜਿਨ੍ਹਾਂ ਦਾ ਹਰੀ ਦੇ ਨਾਮ, ਜਿਨ੍ਹਾਂ ਦੇ ਵਿੱਚ ਹਰੀ ਦਾ ਨਾਮ ਵਸ ਗਿਆ। ਇਸ ਕਰਕੇ ਮੈਂ ਜ਼ਿਆਦਾ ਲੰਬਾਈ ਨਾ ਜਾਵਾਂ, ਆਪਾਂ ਵਿਸਥਾਰ ਨਾ ਕਰੀਏ। ਕਹਿਣ ਤੋਂ ਭਾਵ ਇੰਨਾ ਕੀ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ। ਜਿਨ੍ਹਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੁੱਠੇ ਹਨ, ਉਹਨਾਂ ਨੇ ਸੱਚੇ ਨਾਮ ਨੂੰ ਪ੍ਰਾਪਤ ਕਰ ਲਿਆ।